Good morning, students. Myself, Sandeep Kumar, lecturer physics, Government Senior Secondary School, Parsaram Nagar, Bathinda. बेटा ਅੱਜ ਆਪਾਂ ਡਿਸਕਸ ਕਰਾਂਗੇ ਰਿਗਾਰਡਿੰਗ ਦੀ ਕੈਪਿਲੈਰਿਟੀ ਐਕਸ਼ਨ ਜਿਹਨੂੰ ਆਪਾਂ ਏਸੈਂਟ ਫਾਰਮੂਲਾ ਵੀ ਕਹਿ ਦਿੰਨੇ। ਸਭ ਤੋਂ ਪਹਿਲਾਂ ਗੱਲ ਹੋਏਗੀ ਕਿ ਕੈਪਿਲੈਰਿਟੀ ਕੀ ਹੁੰਦੀ ਹੈ। ਕੈਪਿਲੈਰਿਟੀ ਦਾ ਮਤਲਬ ਹੈ ਸਾਡੇ ਕੋਲੇ the phenomena of rise or fall of liquid in a capillary tube ਕਿ ਕਿਸੇ ਵੀ ਕੈਪਿਲਰੀ ਟਿਊਬ ਦੇ ਵਿੱਚ ਕਿਸ ਤਰ੍ਹਾਂ ਲਿਕੁਇਡ ਰਾਈਜ਼ ਕਰ ਜਾਂਦਾ ਹੈ ਜਾਂ ਕਿਸ ਤਰ੍ਹਾਂ ਲਿਕੁਇਡ ਫਾਲ ਕਰ ਜਾਂਦਾ ਹੈ। ਦੇਖੋ ਨਾਰਮਲੀ ਤੁਸੀਂ ਨਿਬ ਵਾਲੇ ਪੈਨਸ ਯੂਜ਼ ਕਰਦੇ ਹੋ, ਤੁਸੀਂ ਦੇਖਿਆ ਹੋਊਗਾ ਕਿ ਜਦੋਂ ਚ ਇੰਕ ਅਸੀਂ ਭਰਨੀ ਹੈ ਤਾਂ ਇੰਕ ਉਹਦੇ ਵਿੱਚ ਬੜੇ ਆਰਾਮ ਨਾਲ ਥੋੜੀ ਜੀ ਪ੍ਰੈਸਿੰਗ ਦੇ ਨਾਲ ਹੀ ਰਾਈਜ਼ ਕਰ ਜਾਂਦੀ ਹੈ। ਜਾਂ ਡਾਕਟਰਸ ਨੂੰ ਦੇਖਿਆ ਹੋਊਗਾ ਇੰਜੈਕਸ਼ਨਸ ਜਦੋਂ ਉਹਨਾਂ ਨੇ ਲਗਾਉਣਾ ਹੁੰਦਾ ਹੈ ਤਾਂ ਮੈਡੀਸਨ ਰਾਈਜ਼ ਕੀਤੀ ਹੈ, ਮੈਡੀਸਨ ਆਪਾਂ ਭਰ ਲੈਂਦੇ ਹਾਂ ਇੰਜੈਕਸ਼ਨਸ ਦੇ ਵਿੱਚ। ਅਸੀਂ ਟਾਵਲ ਯੂਜ਼ ਕਰਦੇ ਹਾਂ ਆਪਣੇ ਹੈਂਡਸ ਨੂੰ ਸਾਫ਼ ਕਰਨ ਲਈ, ਟਾਵਲ ਗਿੱਲਾ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਗਿੱਲੇ ਹੱਥਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਜਿਹੜਾ ਪਾਣੀ ਹੈ ਉਹ ਸੋਕ ਹੋ ਗਿਆ ਟਾਵਲ 'ਚ। ਬੇਸਿਕਲੀ ਦਵਾਈ ਹੈ ਜਿਹੜੀ ਇੰਜੈਕਸ਼ਨ 'ਚ ਫਿਲ ਹੋ ਗਈ, ਇੰਕ ਹੈ ਜਿਹੜੀ ਪੈਨ 'ਚ ਫਿਲ ਹੋ ਗਈ। ਇਹ ਸਭ ਕੀ ਨੇ? ਰਾਈਜ਼ ਆਫ ਔਰ ਫਾਲ ਆਫ ਲਿਕੁਇਡ ਦੀਆਂ ਐਗਜ਼ਾਮਪਲਸ ਨੇ ਬੇਸਿਕਲੀ, ਜੋ ਕਿ ਸਾਨੂੰ ਕੈਪਿਲੈਰਿਟੀ ਦੇ ਬਾਰੇ ਜਾਣਕਾਰੀ ਦਿੰਦੀਆਂ ਨੇ। ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮੈਨੇ ਦੋ ਡਾਇਗਰਾਮਸ ਲਗਾ ਰੱਖੀਆਂ ਹੈ। ਇੱਕ ਦੇ ਵਿੱਚ ਅਸੀਂ ਦਿਖਾਇਆ ਹੋਇਆ ਵਾਟਰ, ਇੱਕ ਦੇ ਵਿੱਚ ਮਰਕਰੀ। ਤੁਸੀਂ ਦੇਖ ਰਹੇ ਹੋਵੋਗੇ ਕਿ ਵਾਟਰ ਵਾਲੀ ਡਾਇਗਰਾਮ 'ਚ ਜਿਹੜਾ ਲੈਵਲ ਹੈ ਉਹ ਅਪ ਹੈ, ਦੈਟ ਮੀਨਸ ਉੱਥੇ ਰਾਈਜ਼ ਹੋਇਆ ਹੋਇਆ ਸਾਡਾ ਲੈਵਲ। ਦੂਸਰੇ ਪਾਸੇ ਤੁਸੀਂ ਮਰਕਰੀ ਦਾ ਕਨਸੈਪਟ ਦੇਖ ਰਹੇ ਹੋ ਡਾਇਗਰਾਮ 'ਚ, ਉਸ ਦੇ ਵਿੱਚ ਅਸੀਂ ਡਾਊਨ ਦਿਖਾਇਆ ਹੋਇਆ ਹੈ ਕਿ ਜਿਸ 'ਚ ਪਤਾ ਲੱਗਦਾ ਹੈ ਕਿ ਸਾਡੇ ਕੋਲ ਲੈਵਲ ਫਾਲ ਹੋਇਆ ਹੋਇਆ ਇੱਥੇ। ਇਹ ਬਾਈ ਡਿਫਾਲਟ ਨੇ ਸਾਡੇ ਕੋਲੇ, ਕੁਝ ਚੀਜ਼ਾਂ ਐਕਟ ਕਰਦੀਆਂ ਇਹਨਾਂ ਦੇ ਉੱਤੇ। ਹੌਲੀ ਹੌਲੀ ਆਪਾਂ ਇਸ ਕਨਸੈਪਟ 'ਚ ਪੜ੍ਹਦੇ ਹਾਂ ਇਹਨਾਂ ਗੱਲਾਂ ਬਾਰੇ ਕਿ ਇਹ ਕਿਵੇਂ ਹੁੰਦਾ ਹੈ, ਕਿਉਂ ਹੋਇਆ, ਸਾਰਾ ਹੀ। ਹੁਣ ਇੱਥੇ ਯੂਜ਼ ਕੀਤੀ ਅਸੀਂ ਕੈਪਿਲਰੀ ਟਿਊਬ ਇਸ ਕਨਸੈਪਟ ਵਾਸਤੇ। ਤਾਂ ਹੁਣ ਸਭ ਤੋਂ ਪਹਿਲਾਂ ਕੈਪਿਲਰੀ ਟਿਊਬ ਦੀ ਡੈਫੀਨੇਸ਼ਨ ਦੀ ਗੱਲ ਕਰਾਂਗੇ। ਐਕਚੁਅਲੀ ਜਿਹੜੀ ਕੈਪਿਲਰੀ ਟਿਊਬ ਹੈ ਇਹ ਸ਼ਬਦ ਕੈਪਿਲਾ ਹੈ ਜਿਹੜਾ ਕਿ ਲੈਟਿਨ ਭਾਸ਼ਾ ਤੋਂ ਚੱਕਿਆ ਗਿਆ। ਇਹਦਾ ਬੇਸਿਕ ਮੀਨਿੰਗ ਹੁੰਦਾ ਸਿੰਪਲੀ ਕਿ ਇਹ ਟਿਊਬ ਵਿਦ ਅ ਫਾਈਨ ਐਂਡ ਯੂਨੀਫਾਰਮ ਬੋਰ ਥਰੂ ਆਊਟ ਇਟਸ ਲੈਂਥ ਇਜ਼ ਕਾਲਡ ਕੈਪਿਲਰੀ ਟਿਊਬ। ਕਿ ਸਾਡੇ ਕੋਲ ਬੜੀ ਇੱਕ ਫਾਈਨ ਤੇ ਯੂਨੀਫਾਰਮ ਬੋਰ ਵਾਲੀ ਟਿਊਬ ਹੈ ਜਿਸ ਨੂੰ ਕਿ ਅਸੀਂ ਕੈਪਿਲਰੀ ਟਿਊਬ ਕਹਿੰਦੇ ਆ, ਇੱਕ ਲੈਂਥ ਛੋਟੀ ਜੀ ਕੋਈ ਵੀ। ਹੁਣ ਕੈਪਿਲਰੀ ਐਕਸ਼ਨ ਦੀ ਸਟੱਡੀ ਕਰਨ ਤੋਂ ਪਹਿਲਾਂ ਥੋੜੀ ਜੀ ਸਾਨੂੰ ਜਾਣਕਾਰੀ ਲੈਣੀ ਪੈਂਦੀ ਹੈ ਰਿਗਾਰਡਿੰਗ ਦੀ ਐਕਸੈਸ ਪ੍ਰੈਸ਼ਰ। ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਮੈਂ ਤਿੰਨ ਡਾਇਗਰਾਮਸ ਤੁਹਾਨੂੰ ਸ਼ੋ ਕੀਤੀਆਂ ਹੋਈਆਂ। ਇਹ ਡਾਇਗਰਾਮ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ ਕਿ ਇੱਕ ਪਲੇਨ ਸਰਫੇਸ ਹੈ, ਨੀਚੇ ਵੱਲ ਲਿਕੁਇਡ ਹੈ, ਉੱਪਰ 에ਅਰ ਹੈ ਓਨਲੀ। ਬੀ ਡਾਇਗਰਾਮ 'ਚ ਨਜ਼ਰ ਆ ਰਿਹਾ ਸਾਨੂੰ ਕਿ ਇੱਕ ਕਰਵਡ ਸਰਫੇਸ ਹੈ, ਨੀਚੇ ਉਹਦੇ 'ਚ ਅਸੀਂ ਲਿਕੁਇਡ ਦਿਖਾਇਆ ਹੈ, ਠੀਕ ਹੈ। ਇਸੇ ਤਰ੍ਹਾਂ ਸੀ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਉਹ ਵੀ ਇੱਕ ਕਰਵਡ ਸਰਫੇਸ ਹੈ, ਉਹਦੇ 'ਚ ਅਸੀਂ ਲਿਕੁਇਡ ਦਿਖਾਇਆ ਹੈ ਕਨਕੇਵ ਸਾਈਡ ਵੱਲ। ਐਕਚੁਅਲੀ ਅਸੀਂ ਇਹਨਾਂ ਡਾਇਗਰਾਮਸ ਦੇ ਥਰੂ ਪਹਿਲੀ ਗੱਲ ਇਹ ਐਕਸਪਲੇਨ ਕਰਦੇ ਹਾਂ ਕਿ ਜਦੋਂ ਵੀ ਪਲੇਨ ਸਰਫੇਸ ਹੋਏਗਾ ਉਹਦੇ ਚਾਹੇ ਅਸੀਂ ਸਰਫੇਸ ਦੇ ਉੱਪਰ ਦੇਖੀਏ ਚਾਹੇ ਨੀਚੇ ਦੇਖੀਏ, ਜਿਹੜਾ ਪ੍ਰੈਸ਼ਰ ਹੁੰਦਾ ਬੇਟੇ ਪਲੇਨ ਸਰਫੇਸ ਤੇ ਸੇਮ ਰਹਿੰਦਾ, ਨਾਰਮਲ ਐਟਮੋਸਫੇਰਿਕ ਪ੍ਰੈਸ਼ਰ ਹੀ ਲੱਗਦਾ। ਬਟ ਕਰਵਡ ਸਰਫੇਸ ਜਦੋਂ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਡੇ ਕੋਲੇ ਉੱਥੇ ਕੰਪੋਨੈਂਟਸ ਬ੍ਰੇਕਡਾਊਨ ਹੋ ਜਾਂਦੇ ਨੇ ਸਰਫੇਸ ਟੈਂਸ਼ਨ ਦੇ, ਜਿਹਦੇ ਕਰਕੇ ਐਕਸੈਸ ਪ੍ਰੈਸ਼ਰ ਦੀ ਇੱਕ ਕੰਡੀਸ਼ਨ ਬਣ ਰਹੀ ਹੈ ਸਾਡੇ ਕੋਲ, ਜੋ ਕਿ ਅਸੀਂ ਕਹਿ ਦਿੰਦੇ ਹਾਂ ਨਾਰਮਲੀ ਕਿ ਜਿਹੜਾ ਸਾਡਾ ਐਕਸੈਸ ਪ੍ਰੈਸ਼ਰ ਹੈ that is on a concave side of a liquid। ਹਮੇਸ਼ਾ ਹੀ ਕਨਕੇਵ ਸਾਈਡ ਵੱਲ, ਕਨਵੈਕਸ ਸਾਈਡ ਦੇ ਮੁਕਾਬਲੇ ਜਿਹੜਾ ਪ੍ਰੈਸ਼ਰ ਹੋਊਗਾ ਉਹ ਥੋੜਾ ਜਿਹਾ ਜ਼ਿਆਦਾ ਹੋਊਗਾ ਬੇਟੇ। ਕਿੰਨਾ ਜ਼ਿਆਦਾ ਹੋਊਗਾ ਇਹ ਆਲਰੇਡੀ ਤੁਸੀਂ ਕਨਸੈਪਟ ਵੈਸੇ ਪੜ੍ਹ ਚੁੱਕੇ ਹੋ, ਇਸੇ ਹੀ ਚੈਪਟਰ ਦੇ ਵਿੱਚ ਤੁਸੀਂ ਐਕਸੈਸ ਪ੍ਰੈਸ਼ਰ ਦੇ ਰਿਗਾਰਡਿੰਗ, ਸਰਫੇਸ ਟੈਂਸ਼ਨ ਦੇ ਰਿਗਾਰਡਿੰਗ ਕਨਸੈਪਟ ਪੜ੍ਹੇ ਸੀ, ਜਿੱਥੇ ਤੁਸੀਂ ਸਿੱਖਿਆ ਸੀ ਕਿ ਐਕਸੈਸ ਪ੍ਰੈਸ਼ਰ ਇਨਸਾਈਡ ਦਾ ਲਿਕੁਇਡ ਡ੍ਰੌਪ ਹੈ ਜਿਹੜਾ that is equal to 2s/r। here s is the surface tension ਜੋ ਕਿ ਲੱਗਦੀ ਹੈ ਸਾਡੇ ਕੋਲੇ ਲਿਕੁਇਡ ਦੀ ਤੇ ਸਰਫੇਸ ਦੇ ਨਾਲ, r is the radius of that liquid drop ਕਿ ਜਿਹੜੀ ਡ੍ਰੌਪ ਉੱਥੇ ਅਸੀਂ ਲਿਕੁਇਡ ਦੀ
यूज कर रहे हैं ਉਹਦੇ ਨਾਲ ਸੰਬੰਧਿਤ। ਫਿਰ ਅਸੀਂ ਗੱਲ ਕਰਾਂਗੇ ਸਾਡੇ ਕੈਪਿਲਰੀ ਟਿਊਬ ਐਕਸ਼ਨ ਦੇ ਬਾਰੇ, ਜਿਸ ਨੂੰ ਕਿ ਅਸੀਂ ਏਸੈਂਟ ਫਾਰਮੂਲੇ ਦੇ ਨਾਮ ਨਾਲ ਵੀ ਜਾਣਦੇ ਹਾਂ। ਅਸੀਂ ਪਹਿਲਾਂ ਲੈਟ ਕਰਾਂਗੇ ਕਿ ਸਾਡੇ ਕੋਲ ਇੱਕ ਕੈਪਿਲਰੀ ਟਿਊਬ ਹੈ ਜਿਸ ਦਾ ਰੇਡੀਅਸ ਸਮਾਲ r ਹੈ, is immersed into a liquid of density rho, ਕਿ ਅਸੀਂ ਉਸ ਲਿਕੁਇਡ ਨੂੰ ਉਸ ਕੈਪਿਲਰੀ ਟਿਊਬ ਨੂੰ ਇੱਕ ਲਿਕੁਇਡ ਦੇ ਵਿੱਚ ਇਮਰਸ ਕਰ ਦਿੱਤਾ ਜਿਸ ਦੀ ਡੈਂਸਿਟੀ ਰੋ ਹੈ। ਠੀਕ ਹੈ, ਹੁਣ ਅਸੀਂ ਜਾਣਦੇ ਹਾਂ ਕਿ ਰਾਈਜ਼ ਆਫ ਲਿਕੁਇਡ ਹੋਏਗਾ ਉਹਦੇ ਵਿੱਚ। ਠੀਕ ਹੈ ਨਾ, ਜਦੋਂ ਰਾਈਜ਼ ਹੋਏਗਾ ਨੋ ਡਾਊਟ ਵੈਟ ਸਾਈਡਸ ਬਣਨਗੀਆਂ ਕੈਪਿਲਰੀ ਟਿਊਬ ਦੀਆਂ, ਲਿਕੁਇਡ ਸ਼ੇਪ ਲਏਗਾ ਆਪਣੀ, ਇੱਕ ਮਨਿਸਕਸ ਜਿਹੜਾ ਹੁੰਦਾ ਉਹਦਾ ਲਿਕੁਇਡ ਦਾ, ਉਹਨੇ ਇੱਕ ਸ਼ੇਪ ਲੈ ਲੈਣੀ ਹੈ। ਤਾਂ ਸਾਡੇ ਕੋਲੇ ਜਿਹੜੀ ਸ਼ੇਪ ਬਣ ਰਹੀ ਹੈ ਤੁਸੀਂ ਡਾਇਗਰਾਮ 'ਚ ਦੇਖ ਰਹੇ ਹੋ, ਉਹ ਇੱਕ ਕਨਕੇਵ ਸ਼ੇਪ ਬਣ ਰਹੀ ਹੈ ਜਿਹਨੂੰ ਅਸੀਂ ਕਨਕੇਵ ਅਪਵਰਡ ਸ਼ੇਪ ਬੋਲਦੇ ਹਾਂ। ਅਸੀਂ ਇੱਥੇ ਲੈਟ ਕਰ ਲਿਆ ਕਿ ਸਾਡੇ ਕੋਲ ਜੋ ਮਨਿਸਕਸ ਬਣ ਰਿਹਾ ਹੈ, r is the radius of curvature of that liquid meniscus, ਕਰਵਡ ਸ਼ੇਪ ਹੈ ਤਾਂ ਸੋ ਅਸੀਂ ਉਹਦਾ ਰੇਡੀਅਸ ਆਫ ਕਰਵੇਚਰ ਲੈਟ ਕੀਤਾ ਨਾਲ। P is the atmospheric pressure, S is the surface tension of the liquid, ਇਹ ਅਸੀਂ ਲੈਟ ਕਰ ਲਿਆ। ਹੁਣ ਤੁਸੀਂ ਡਾਇਗਰਾਮ ਤੇ ਜੇ ਥੋੜਾ ਜਿਹਾ ਧਿਆਨ ਦਿਓ ਤਾਂ ਡਾਇਗਰਾਮ ਦੇ ਮੁਤਾਬਕ ਸਾਡੇ ਕੋਲੇ ਕੀ ਹੋ ਰਿਹਾ ਹੈ, ਪ੍ਰੈਸ਼ਰ ਐਟ ਪੁਆਇੰਟ A ਇਨ ਦਾ ਕੈਪਿਲਰੀ ਟਿਊਬ ਸਾਨੂੰ ਨਜ਼ਰ ਆ ਰਿਹਾ ਹੈ ਕਿ ਉੱਥੇ 에ਅਰ ਹੈ ਓਨਲੀ, ਸੋ ਇੱਥੇ ਸਿਰਫ ਤੇ ਸਿਰਫ ਇੱਕ ਐਟਮੋਸਫੀਰਿਕ ਪ੍ਰੈਸ਼ਰ ਲੱਗ ਰਿਹਾ, that is equal to P। ਡਾਇਗਰਾਮ ਦੇ ਵਿੱਚ ਜੇ ਅਸੀਂ ਧਿਆਨ ਕਰੀਏ, ਹੁਣ A ਦੇ ਕੋਰਸਪੋਂਡਿੰਗ ਮਨਿਸਕਸ ਦੇ ਨੀਚੇ ਅਸੀਂ ਇੱਕ ਪੁਆਇੰਟ B ਸ਼ੋ ਕੀਤਾ ਹੋਇਆ ਹੈ, ਉਸ ਪੁਆਇੰਟ B ਦੇ ਉੱਤੇ ਜਸਟ ਬਿਲੋ ਦੀ ਮਨਿਸਕਸ ਸਾਡੇ ਕੋਲੇ ਕੀ ਹੋ ਰਿਹਾ ਹੈ, ਐਕਸੈਸ ਪ੍ਰੈਸ਼ਰ ਹੋਊਗਾ, that is P minus 2S by R। ਅਸੀਂ ਆਲਰੇਡੀ ਇਹ ਗੱਲ ਦੱਸ ਕੇ ਹਟੇ ਆ ਕਿ ਸਾਡੇ ਕੋਲੇ ਕਰਵਡ ਸਰਫੇਸ ਸੀ, ਇਸ ਕਰਕੇ ਉੱਥੇ ਐਕਸੈਸ ਪ੍ਰੈਸ਼ਰ ਹੋਏਗਾ, ਤਾਂ B ਪੁਆਇੰਟ ਦੇ ਉੱਤੇ ਪ੍ਰੈਸ਼ਰ ਕਿੰਨਾ ਆਏਗਾ ਸਾਡੇ ਕੋਲੇ, that is P minus 2S by R। ਹੁਣ ਡਾਇਗਰਾਮ ਨੂੰ ਜੇ ਧਿਆਨ ਨਾਲ ਦੁਬਾਰਾ ਦੇਖੋ, ਉਸ ਤੋਂ ਬਾਅਦ ਇੱਕ ਪਲੇਨ ਸਰਫੇਸ ਦਿਖਾਇਆ ਹੋਇਆ ਹੈ ਜਿਸ ਦੇ ਉੱਤੇ C ਤੇ D ਪੁਆਇੰਟ, ਅਸੀਂ C ਬਾਹਰ ਲਿਆ ਹੋਇਆ ਪੁਆਇੰਟ ਸਰਫੇਸ ਤੋਂ, D ਅਸੀਂ ਇਨਸਾਈਡ ਦੀ ਲਿਕੁਇਡ ਲਿਆ ਹੋਇਆ, ਪਰ ਦੋਨੋਂ ਪਲੇਨ ਸਰਫੇਸ ਹੋਣ ਕਰਕੇ ਦੋਨੋਂ ਹੀ ਪੁਆਇੰਟਸ ਤੇ ਪ੍ਰੈਸ਼ਰ ਨਾਰਮਲ ਰਹੇਗਾ, that is ਐਟਮੋਸਫੇਰਿਕ ਪ੍ਰੈਸ਼ਰ P। ਹੁਣ ਅਸੀਂ ਇੱਕ ਲਾ ਆਲਰੇਡੀ ਪੜ ਚੁੱਕੇ, ਪਾਸਕਲਸ ਲਾ। ਪਾਸਕਲਸ ਲਾ ਨੇ ਸਾਨੂੰ ਕੀ ਦੱਸਿਆ ਸੀ, ਪਾਸਕਲਸ ਲਾ ਕਹਿ ਰਿਹਾ ਸੀ ਕਿ ਜਦੋਂ ਵੀ ਇਕੁਇਲਿਬਰੀਅਮ ਹੋਏਗਾ ਤਾਂ ਪ੍ਰੈਸ਼ਰ ਕੀ ਹੋਣਾ ਚਾਹੀਦਾ ਹੈ, ਜਿਹੜੇ ਪੁਆਇੰਟਸ ਸੇਮ ਲੈਵਲ ਤੇ ਨੇ, ਸੇਮ ਹਾਈਟ ਤੇ ਨੇ, ਉਹਨਾਂ ਦਾ ਪ੍ਰੈਸ਼ਰ ਵੀ ਬਰਾਬਰ ਹੋਣਾ ਚਾਹੀਦਾ ਹੈ। ਤਾਂ ਸਾਡੇ ਮੁਤਾਬਕ ਹੁਣ ਇੱਥੇ B ਤੇ D ਨੂੰ ਡਾਇਗਰਾਮ ਦੇ ਵਿੱਚ ਦੇਖੋ ਬਿਲਕੁਲ ਸੇਮ ਲੈਵਲ ਤੇ ਨੇ, ਸੋ ਪ੍ਰੈਸ਼ਰ ਜਿਹੜਾ ਐਟ B ਪੁਆਇੰਟ ਹੈ ਉਹ ਬਰਾਬਰ ਹੋਣਾ ਚਾਹੀਦਾ ਹੈ ਪ੍ਰੈਸ਼ਰ ਐਟ D ਪੁਆਇੰਟ। ਬਟ ਜੋ ਅਸੀਂ ਹੁਣ ਉੱਪਰ ਲਿਖ ਰਹੇ ਹਾਂ, ਅਸੀਂ ਉੱਥੇ ਦੱਸਿਆ ਹੈ ਕਿ B ਦੇ ਉੱਤੇ ਐਕਸੈਸ ਪ੍ਰੈਸ਼ਰ ਲੱਗੀ ਜਾਂਦਾ ਹੈ, that is P minus 2S by R ਹੈ, D ਤੇ ਐਟਮੋਸਫੀਰਿਕ ਪ੍ਰੈਸ਼ਰ ਲੱਗੀ ਜਾਂਦਾ ਹੈ, that means ਇਹ ਪ੍ਰੈਸ਼ਰ ਦੋਨੋਂ ਆਪਸ 'ਚ ਬਰਾਬਰ ਨਹੀਂ ਹੈਗੇ, ਜਦੋਂ ਕਿ B ਤੇ D ਸੇਮ ਲੈਵਲ ਤੇ ਨੇ, ਸੇਮ ਪੁਆਇੰਟਸ ਨੇ, ਬਟ ਪ੍ਰੈਸ਼ਰ ਆਪਸ 'ਚ ਬਰਾਬਰ ਨਹੀਂ ਹੈਗੇ। ਦਿਸ ਮੀਨਸ ਇੱਥੇ ਇਕੁਇਲਿਬਰੀਅਮ ਨਹੀਂ ਹੈ। ਤਾਂ ਇਨ ਆਰਡਰ ਟੂ ਮੇਨਟੇਨ ਦਾ ਇਕੁਇਲਿਬਰੀਅਮ, the liquid level rise up to height h, it means is ਇੱਥੇ ਸਾਡੇ ਕੋਲੇ ਇਕੁਇਲਿਬਰੀਅਮ ਨੂੰ ਗੇਨ ਕਰਨ ਦੀ ਖਾਤਰ ਹੀ ਜਿਹੜਾ ਲਿਕੁਇਡ ਦਾ ਲੈਵਲ ਹੈ ਉਹ ਰਾਈਜ਼ ਕਰਦਾ ਹੈ ਜਾਂ ਫਾਲ ਕਰਦਾ ਹੈ। ਵਾਟਰ ਦਾ ਕੇਸ ਹੈ ਤਾਂ ਮੈਂ ਤੁਹਾਨੂੰ ਦੱਸ ਰਿਹਾ ਆਪਾਂ ਲਿਕੁਇਡ ਲੈਵਲ ਰਾਈਜ਼ ਕਰੇਗਾ, ਮਰਕਰੀ ਦੇ ਕੇਸ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਲਿਕੁਇਡ ਲੈਵਲ ਫਾਲ ਕਰੇਗਾ। ਤਾਂ ਇੱਥੇ ਸਾਡੇ ਕੋਲੇ ਇਕੁਇਲਿਬਰੀਅਮ ਗੇਨ ਕਰਨ ਦੀ ਖਾਤਰ ਹੀ ਲਿਕੁਇਡ ਲੈਵਲ ਰਾਈਜ਼ ਕਰ ਗਿਆ। ਜਦੋਂ ਲਿਕੁਇਡ ਲੈਵਲ ਰਾਈਜ਼ ਕਰ ਗਿਆ ਤਾਂ ਡਾਇਗਰਾਮ ਦੇ ਵਿੱਚ ਸੈਕਿੰਡ ਫੇਜ਼ ਤੇ ਆਪਾਂ ਦੇਖ ਸਕਦੇ ਹਾਂ ਕਿ ਪ੍ਰੈਸ਼ਰ ਐਟ D ਬਰਾਬਰ ਕਾਦੇ ਆਇਆ ਸਾਡੇ ਕੋਲੇ, ਪ੍ਰੈਸ਼ਰ ਐਟ E। ਤਾਂ ਮੈਂ ਉਸ ਚੀਜ਼ ਨੂੰ ਲਿਖ ਰਿਹਾ ਅੱਗੇ ਕਿ ਮੇਰੇ ਕੋਲੇ ਪ੍ਰੈਸ਼ਰ ਹੁਣ ਕਾਦੇ ਬਰਾਬਰ ਹੈ, ਪ੍ਰੈਸ਼ਰ ਐਟ D ਪਲੱਸ ਪ੍ਰੈਸ਼ਰ ਡਿਊ ਟੂ ਹਾਈਟ H। ਮੈਂ ਕੈਲਕੂਲੇਟ ਕਰਨਾ ਚਾਹੁੰਦਾ ਸੀ ਕਿ ਪ੍ਰੈਸ਼ਰ ਕਿੰਨਾ ਹੁਣ E ਦੇ ਉੱਤੇ, ਤਾਂ ਪ੍ਰੈਸ਼ਰ ਐਟ E ਸਾਡੇ ਕੋਲੇ ਕਾਦੇ ਬਰਾਬਰ ਹੋ ਜਾਏਗਾ, ਪ੍ਰੈਸ਼ਰ ਐਟ B ਪਲੱਸ ਪ੍ਰੈਸ਼ਰ ਡਿਊ ਟੂ ਹਾਈਟ H, ਜਿਹੜਾ ਉਹ ਹਾਈਟ ਕਾਲਮ ਰਾਈਜ਼ ਕੀਤਾ ਸਾਡਾ ਉਸ ਦਾ ਪ੍ਰੈਸ਼ਰ ਇਨਕਲੂਡ ਕੀਤਾ। ਲਓ ਜੀ, E ਤੇ ਕੀ ਹੈ, ਨਾਰਮਲ ਸਾਡਾ ਐਟਮੋਸਫੀਰਿਕ ਪ੍ਰੈਸ਼ਰ ਹੈ ਹੁਣ, ਠੀਕ ਹੈ, ਕਿਉਂਕਿ D ਤੇ E ਸੇਮ ਲੈਵਲ ਤੇ ਸੀ, ਸੋ ਉਹਨਾਂ ਦੋਨਾਂ ਤੇ ਐਟਮੋਸਫੀਰਿਕ ਪ੍ਰੈਸ਼ਰ ਹੀ ਲੱਗ ਰਿਹਾ ਸੀ। B ਦੇ ਉੱਤੇ ਕਿੰਨਾ ਸੀ ਅਸੀਂ ਆਲਰੇਡੀ ਲਿਖੀ ਬੈਠੇ ਆ, P minus 2S by R ਪਲੱਸ
ਹਾਈਟ ਕਰਕੇ ਕਿੰਨਾ ਪ੍ਰੈਸ਼ਰ ਆਏਗਾ, ਅਸੀਂ ਆਲਰੇਡੀ ਇਸ ਚੈਪਟਰ ਚ ਪੜ ਚੁੱਕੇ ਇਸ ਸਿਸਟਮ ਦੇ ਰਿਗਾਰਡਿੰਗ ਕਿ ਹਾਈਟ ਕਰਕੇ ਹੁੰਦਾ ਸਾਡੇ ਕੋਲੇ h rho into g। here rho is the density of the liquid। ਲਓ ਜੀ p ਨਾਲ p ਕੈਨਸਲ ਹੋ ਗਈ ਸਾਡੇ ਕੋਲ, 2s by r ਨੂੰ ਅਸੀਂ ਦੂਸਰੀ ਸਾਈਡ ਲੈ ਗਏ, ਸਾਡੇ ਕੋਲੇ ਆ ਗਿਆ 2s by r is equal to h rho g। ਸਾਡਾ ਮਕਸਦ ਸੀ ਹਾਈਟ ਚੈੱਕ ਕਰਨਾ ਕਿ ਇਹ ਹਾਈਟ ਕਿੰਨੀ ਆ ਰਹੀ ਹੈ ਸਾਡੇ ਕੋਲੇ। ਸੋ ਇੱਥੋਂ ਅਸੀਂ ਰੋ ਤੇ ਜੀ ਨੂੰ ਵੀ ਦੂਸਰੀ ਸਾਈਡ ਭੇਜਤਾ, ਸਾਡੇ ਕੋਲੇ ਹਾਈਟ ਦਾ ਕਨਸੈਪਟ ਨਿਕਲਿਆ ਆ, ਹਾਈਟ ਬਰਾਬਰ ਆ ਗਈ 2s upon r rho g। ਇਹਨੂੰ ਅਸੀਂ ਇਕੁਏਸ਼ਨ ਨੰਬਰ 1 ਦਿੱਤਾ ਬੇਟੇ। ਇਹ ਸਾਡੇ ਕੋਲੇ ਆ ਗਿਆ ਹਾਈਟ ਦਾ ਕਨਸੈਪਟ ਕਿ ਜਦੋਂ ਵੀ ਇਕੁਇਲਿਬਰੀਅਮ ਮੇਨਟੇਨ ਕਰਨਾ ਹੋਵੇ ਤਾਂ ਕਿੰਨੀ ਹਾਈਟ ਤੱਕ ਲਿਕੁਇਡ ਲੈਵਲ ਰਾਈਜ਼ ਕਰ ਸਕਦਾ ਹੈ, that is 2s upon r rho g। ਠੀਕ ਹੈ ਜੀ। ਹੁਣ ਇੱਥੇ ਅਸੀਂ ਕਨਸੈਪਟ ਹੋਰ ਇਹਦੇ ਚ ਨਾਲ ਕਰ ਸਕਦੇ ਹਾਂ, ਕਿਉਂਕਿ ਅਸੀਂ ਟਿਊਬ ਲਈ ਸੀ, ਟਿਊਬ ਦੇ ਵਿੱਚ ਕਰਵਡ ਸਰਫੇਸ ਸੀ, ਅਸੀਂ ਦੱਸਿਆ ਸੀ ਕਿ ਕਨਕੇਵ ਸ਼ੇਪ ਐਕਸੈਸ ਪ੍ਰੈਸ਼ਰ ਹੁੰਦਾ ਹੈ, ਅਸੀਂ ਉਹਦਾ r ਰੇਡੀਅਸ ਆਫ ਕਰਵੇਚਰ ਲੈਟ ਕੀਤਾ ਸੀ। ਸੋ ਥੋੜਾ ਜਿਹਾ ਡਾਇਗਰਾਮ ਤੇ ਧਿਆਨ ਦਿਓ, ਅਸੀਂ ਡਾਇਗਰਾਮ ਦੇ ਵਿੱਚ I ਨੂੰ ਸੈਂਟਰ ਆਫ ਕਰਵੇਚਰ ਆਫ ਲਿਕੁਇਡ ਮੈਨਿਸਕਸ ਲੈ ਕੇ ਇੱਕ ਸਰਫੇਸ ਬਣਾ ਰੱਖਿਆ GXY। ਠੀਕ ਹੈ ਜੀ। ਸਾਡੇ ਕੋਲ ਇੱਥੇ GI ਹੈ ਜਿਹੜਾ that is equal to r radius of curvature। ਠੀਕ ਹੈ ਜੀ। GO small r। ਠੀਕ ਹੈ। ਐਂਗਲ IGO that is theta। ਇਹ ਅਸੀਂ ਲੈਟ ਕਰ ਲਈਆਂ ਚੀਜ਼ਾਂ। ਤਾਂ ਹੁਣ ਇਸ ਟ੍ਰਾਇੰਗਲ IGO ਵਿੱਚ ਜੇ ਅਸੀਂ ਦੇਖੀਏ ਤਾਂ ਸਾਡੇ ਕੋਲੇ cos theta ਕਾਦੇ ਬਰਾਬਰ ਹੁੰਦਾ, ਅਸੀਂ ਸਿੱਖਿਆ ਹੋਇਆ ਟ੍ਰਿਗਨੋਮੈਟਰੀ ਦੇ ਅਕੋਰਡਿੰਗ that is equal to base upon hypotenuse that is r by r। ਠੀਕ ਹੈ ਨਾ। ਇੱਥੋਂ ਅਸੀਂ ਕੈਪੀਟਲ R ਦੀ ਵੈਲਿਊ ਕੱਢ ਲਈ ਰੇਡੀਅਸ ਆਫ ਕਰਵੇਚਰ ਦੀ, that is equal to small r ਰੇਡੀਅਸ ਆਫ ਕੈਪਿਲਰੀ ਟਿਊਬ upon cos theta। ਇਹ ਵੈਲਿਊ ਅਸੀਂ ਪੁੱਟ ਕਰਤੀ ਇਕੁਏਸ਼ਨ ਨੰਬਰ 1 ਚ, ਜੋ ਅਸੀਂ ਹਾਈਟ ਦਾ ਫਾਰਮੂਲਾ ਆਲਰੇਡੀ ਬਣਾਇਆ ਸੀ। ਤਾਂ ਸਾਡੇ ਕੋਲੇ ਕਨਸੈਪਟ ਆ ਗਿਆ h is equal to 2s cos theta upon r rho g। ਇਹ ਹੈ ਬੇਟੇ ਸਾਡੇ ਕੋਲੇ all about ਕੈਪਿਲਰੀ ਟਿਊਬ ਐਕਸ਼ਨ ਕਿ ਕਿੰਨੀ ਹਾਈਟ ਤੱਕ ਲਿਕੁਇਡ ਰਾਈਜ਼ ਕਰ ਸਕਦਾ ਹੈ। ਅਸੀਂ ਵਿਦਆਊਟ ਐਂਗਲ ਯੂਜ਼ ਕੀਤੇ ਵੀ ਫਾਰਮੂਲਾ ਯੂਜ਼ ਕਰ ਸਕਦੇ ਹਾਂ, ਜੇ ਸਾਨੂੰ ਐਂਗਲ ਦੇ ਨਾਲ ਰਿਕੁਆਇਰਮੈਂਟ ਹੈ, ਰੇਡੀਅਸ ਆਫ ਕਰਵੇਚਰ ਦੇ ਨਾਲ ਰਿਕੁਆਇਰਮੈਂਟ ਹੈ, ਤਾਂ ਅਸੀਂ ਉਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ। ਇਟ ਇਜ਼ ਆਲ ਅਬਾਊਟ ਕੈਪਿਲਰੀ ਐਕਸ਼ਨ ਔਰ ਏਸੈਂਟ ਫਾਰਮੂਲਾ। ਥੈਂਕ ਯੂ।